ਸਤਿ ਸ਼੍ਰੀ ਅਕਾਲ ਬੱਚੋ। ਮੈਂ ਪੰਜਾਬੀ ਅਧਿਆਪਿਕਾ ਹਰਪ੍ਰੀਤ ਕੌਰ ਅੱਜ 10ਵੀਂ ਜਮਾਤ ਦਾ ਪਾਠ ਈਅਰਫੋਨ ਤੁਹਾਨੂੰ ਪੜ੍ਹਾਵਾਂਗੀ। ਅੱਜ ਦੇ ਮਾਹੌਲ ਵਿੱਚ ਸਾਡੀ ਨੌਜਵਾਨ ਪੀੜ੍ਹੀ ਈਅਰਫੋਨ ਦੀ ਹੱਦ ਤੋਂ ਜ਼ਿਆਦਾ ਵਰਤੋਂ ਕਰਨ ਵਿੱਚ ਲੱਗੀ ਹੋਈ ਹੈ। ਹਰ ਪਾਸੇ ਸਾਨੂੰ ਮੁੰਡੇ ਤੇ ਕੁੜੀਆਂ ਅਕਸਰ ਕੰਨਾਂ ਵਿੱਚ ਈਅਰਫੋਨ ਲਗਾ ਕੇ ਗਾਣੇ ਸੁਣਦੇ ਨਜ਼ਰ ਆਉਂਦੇ ਹਨ। ਉਹਨਾਂ ਨੂੰ ਉਸ ਸਮੇਂ ਆਪਣੀ ਕੋਈ ਸੁੱਧ-ਬੁੱਧ ਨਹੀਂ ਰਹਿੰਦੀ। ਇਸ ਕਹਾਣੀ ਵਿੱਚ ਅਸੀਂ ਈਅਰਫੋਨ ਦੇ ਜ਼ਿਆਦਾ ਵਰਤੋਂ ਦੇ ਨੁਕਸਾਨ ਬਾਰੇ ਗੱਲ ਕਰਾਂਗੇ। ਕਹਾਣੀ ਵਿੱਚ ਮੀਨਾਕਸ਼ੀ ਨਾਂ ਦੀ ਇੱਕ ਕੁੜੀ ਹੈ ਜਿਸ ਨੂੰ ਈਅਰਫੋਨ 'ਤੇ ਹਰ ਵੇਲੇ ਗਾਣੇ ਸੁਣਨ ਦੀ ਆਦਤ ਪਈ ਹੁੰਦੀ ਹੈ। ਉਸ ਦੀ ਮੰਮੀ ਉਸ ਨੂੰ ਬਹੁਤ ਮਨਾ ਕਰਦੀ ਹੈ ਕਿ ਈਅਰਫੋਨ 'ਤੇ ਜ਼ਿਆਦਾ ਗਾਣੇ ਸੁਣਨ ਨਾਲ ਨੁਕਸਾਨ ਹੁੰਦਾ ਹੈ, ਪਰ ਉਹ ਅੱਗੋਂ ਦੀ ਆਪਣੀ ਮੰਮੀ ਨੂੰ ਕਹਿੰਦੀ ਹੈ ਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਸਕੂਲ ਦੀ ਪੜ੍ਹਾਈ ਕਰਕੇ ਉਹ ਥੱਕ ਜਾਂਦੀ ਹੈ ਅਤੇ ਜੇਕਰ ਉਹ ਥੋੜ੍ਹਾ ਜਿਹਾ ਸਮਾਂ ਈਅਰਫੋਨ 'ਤੇ ਗਾਣੇ ਸੁਣ ਲੈਂਦੀ ਹੈ ਤਾਂ ਉਸ ਵਿੱਚ ਕੋਈ ਹਰਜ ਨਹੀਂ। ਨਾਲੇ ਉਹ ਕਹਿੰਦੀ ਹੈ ਕਿ ਉਸ ਨੂੰ ਖੇਡਣ ਵਾਸਤੇ ਉਹਦੇ ਨਾਲ ਕੋਈ ਹੈ ਨਹੀਂ। ਫਿਰ ਮੀਨਾਕਸ਼ੀ ਦੀ ਮੰਮੀ ਉਸ ਨੂੰ ਸਮਝਾਉਂਦੇ ਹੋਏ ਕਹਿੰਦੀ ਹੈ ਕਿ ਉਹ ਅਖਬਾਰ ਪੜ੍ਹ ਸਕਦੀ ਹੈ, ਥੋੜ੍ਹਾ ਸਮੇਂ TV ਵੇਖ ਸਕਦੀ ਹੈ ਅਤੇ ਕੁਝ ਹੋਰ ਵੀ ਖੇਡਾਂ ਖੇਡ ਸਕਦੀ ਹੈ। ਫਿਰ ਉਸ ਦੀ ਮੰਮੀ ਨਿਸ਼ਾ ਉਸ ਨੂੰ ਸਮਝਾਉਂਦੇ ਹੋਏ ਕਹਿੰਦੀ ਹੈ ਕਿ ਚੱਲ ਮੈਂ ਤੇਰੇ ਨਾਲ ਕੈਰਮ ਬੋਰਡ ਖੇਡਦੀ ਹਾਂ। ਹੁਣ ਨਿਸ਼ਾ ਜੋ ਉਸ ਦੀ ਮੰਮੀ ਹੈ ਅਤੇ ਮੀਨਾਕਸ਼ੀ ਉਹ ਦੋਵੇਂ ਮਿਲ ਕੇ 10 ਕੁ ਮਿੰਟ ਕੈਰਮ ਬੋਰਡ ਖੇਡਦੇ ਹਨ ਕਿ ਅਚਾਨਕ ਘਰ ਦੀ ਘੰਟੀ ਵੱਜਦੀ ਹੈ। ਮੀਨਾਕਸ਼ੀ ਦੀ ਮੰਮੀ ਦੇਖਦੀ ਹੈ ਕਿ ਉਸ ਦੀ ਸਹੇਲੀ ਪੂਨਮ ਉਸ ਦੇ ਘਰ ਉਸ ਨੂੰ ਮਿਲਣ ਆਉਂਦੀ ਹੈ ਅਤੇ ਉਹ ਡਰਾਇੰਗ ਰੂਮ ਵਿੱਚ ਦੋਵੇਂ ਬਹਿ ਕੇ ਗੱਲਾਂ ਕਰਦੀਆਂ ਹਨ ਅਤੇ ਚਾਹ ਪੀਂਦੀਆਂ ਹਨ। ਜਿਵੇਂ ਹੀ ਉਸ ਦੀ ਮੰਮੀ ਡਰਾਇੰਗ ਰੂਮ ਵਿੱਚ ਚਲੀ ਜਾਂਦੀ ਹੈ ਤਾਂ ਮੀਨਾਕਸ਼ੀ ਨੂੰ ਫਿਰ ਤੋਂ ਈਅਰਫੋਨ 'ਤੇ ਗਾਣੇ ਸੁਣਨ ਦਾ ਮੌਕਾ ਮਿਲ ਜਾਂਦਾ ਹੈ ਅਤੇ ਉਹ ਗਾਣੇ ਸੁਣਨ ਫਿਰ ਬੈਠ ਜਾਂਦੀ ਹੈ। ਅੱਧਾ ਕੁ ਘੰਟਾ ਪੂਨਮ ਜੋ ਹੈ ਉਹ ਮੀਨਾਕਸ਼ੀ ਦੀ ਮੰਮੀ ਦੇ ਨਾਲ ਉਹਦੇ ਘਰ ਬਹਿ ਕੇ ਗੱਲਾਂ ਕਰਦੀ ਹੈ ਅਤੇ ਚਲੀ ਜਾਂਦੀ ਹੈ। ਜਿਵੇਂ ਹੀ ਉਸ ਦੀ ਸਹੇਲੀ ਜਾਂਦੀ ਹੈ ਤਾਂ ਮੀਨਾਕਸ਼ੀ ਦੇ ਪਾਪਾ ਘਰ ਆ ਜਾਂਦੇ ਹਨ। ਮੀਨਾਕਸ਼ੀ ਦੇ ਪਾਪਾ ਨੂੰ ਘਰ ਆਏ 5 ਮਿੰਟ ਹੋ ਜਾਂਦੇ ਹਨ, ਪਰ ਉਹ ਦੇਖਦੇ ਹਨ ਕਿ ਉਹਨਾਂ ਦੀ ਬੇਟੀ ਮੀਨਾਕਸ਼ੀ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਕਿ ਉਹ ਘਰ ਆਏ ਹਨ। ਮੀਨਾਕਸ਼ੀ ਦੇ ਪਾਪਾ ਨੂੰ ਘਰ ਆਏ 5 ਮਿੰਟ ਹੋ ਜਾਂਦੇ ਹਨ, ਪਰ ਮੀਨਾਕਸ਼ੀ ਕੰਨਾਂ 'ਤੇ ਈਅਰਫੋਨ ਲਗਾ ਕੇ ਗਾਣੇ ਸੁਣ ਰਹੀ ਹੁੰਦੀ ਹੈ ਅਤੇ ਉਸਨੂੰ ਪਤਾ ਹੀ ਨਹੀਂ ਹੁੰਦਾ ਕਿ ਉਸਦੇ ਪਾਪਾ ਘਰ ਆਏ ਹਨ। 5 ਮਿੰਟ ਬਾਅਦ ਜਦੋਂ ਉਹ ਅੱਖਾਂ ਖੋਲ੍ਹ ਕੇ ਆਪਣੇ ਪਾਪਾ ਨੂੰ ਸਾਹਮਣੇ ਕੁਰਸੀ 'ਤੇ ਬੈਠਿਆ ਵੇਖਦੀ ਹੈ ਤਾਂ ਚੌਂਕ ਜਾਂਦੀ ਹੈ ਅਤੇ ਪਾਪਾ ਕੋਲੋਂ ਮਾफ़ੀ ਮੰਗਦੀ ਹੈ ਕਿ ਉਸਨੂੰ ਪਤਾ ਹੀ ਨਹੀਂ ਲੱਗਾ ਕਿ ਤੁਸੀਂ ਕਦੋਂ ਆਏ। ਉਸਦੇ ਪਾਪਾ ਵੀ ਬੜੇ ਹੈਰਾਨ ਹੁੰਦੇ ਹਨ ਅਤੇ ਉਹ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਈਅਰਫੋਨ ਕੰਨਾਂ 'ਤੇ ਲਗਾ ਕੇ ਇੰਨੀ ਦੇਰ ਤੱਕ ਨਹੀਂ ਸੁਣਨਾ ਚਾਹੀਦਾ। ਇਸ ਦੇ ਨਾਲ ਇੱਕ ਤਾਂ ਸੁਣਨ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਨਾਲੇ ਆਪਣੇ ਆਸ-ਪਾਸ ਕੀ ਹੋ ਰਿਹਾ ਹੈ ਇਹ ਵੀ ਸੁੱਧ-ਬੁੱਧ ਨਹੀਂ ਰਹਿੰਦੀ। ਮੀਨਾਕਸ਼ੀ ਆਪਣੇ ਪਾਪਾ ਤੋਂ ਮਾਫ਼ੀ ਮੰਗਦੀ ਹੈ ਅਤੇ ਈਅਰਫੋਨ ਇੰਨਾ ਜ਼ਿਆਦਾ ਨਾ ਸੁਣਨ ਲਈ ਕਹਿੰਦੀ ਹੈ। ਉਸਦੇ ਮੰਮੀ ਪਾਪਾ ਉਸਨੂੰ ਬਾਰ-ਬਾਰ ਈਅਰਫੋਨ ਦੀ ਜ਼ਿਆਦਾ ਵਰਤੋਂ ਤੋਂ ਰੋਕਦੇ ਹਨ, ਪਰੰਤੂ ਮੀਨਾਕਸ਼ੀ ਇਸ ਈਅਰਫੋਨ ਦੀ ਇੰਨੀ ਜ਼ਿਆਦਾ ਲੱਤ ਪੈ ਚੁੱਕੀ ਹੁੰਦੀ ਹੈ ਕਿ ਉਹ ਇਸਨੂੰ ਛੋੜ ਨਹੀਂ ਪਾਉਂਦੀ। ਮੀਨਾਕਸ਼ੀ 12ਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਉਸਦੇ ਸਾਲਾਨਾ ਇਮਤਿਹਾਨ ਵੀ ਨੇੜੇ ਆ ਰਹੇ ਹੁੰਦੇ ਹਨ। ਮੀਨਾਕਸ਼ੀ ਪੜ੍ਹਾਈ ਵਿੱਚ ਹੁਸ਼ਿਆਰ ਹੁੰਦੀ ਹੈ ਔਰ ਹਰ ਸਾਲ ਹਰ ਵੇਲੇ ਪਹਿਲੇ ਨੰਬਰ 'ਤੇ ਜਮਾਤ ਵਿੱਚ ਆਉਂਦੀ ਹੈ। ਉਸਦੇ ਸਾਲਾਨਾ ਪੇਪਰ ਆਉਂਦੇ ਹਨ, ਪਰ ਫਿਰ ਵੀ ਈਅਰਫੋਨ ਦਾ ਭੂਤ ਉਹਦੇ ਉੱਤੇ ਸਿਰ 'ਤੇ ਸਵਾਰ ਰਹਿੰਦਾ ਹੈ ਅਤੇ ਈਅਰਫੋਨ ਦੀ ਆਦਤ ਉਸ ਤੋਂ ਨਹੀਂ ਛੁੱਟਦੀ। ਦਿਨ ਰਾਤ ਹਰ ਵੇਲੇ ਉਹ ਕੰਨਾਂ 'ਤੇ ਈਅਰਫੋਨ ਲਗਾ ਕੇ ਗਾਣੇ ਸੁਣਦੀ ਰਹਿੰਦੀ ਹੈ। ਉਸਦੇ ਮੰਮੀ ਪਾਪਾ ਉਸਨੂੰ ਬਹੁਤ ਸਮਝਾਉਂਦੇ ਹਨ, ਪਰ ਉਹ ਚਾਹ ਕੇ ਵੀ ਆਪਣੀ ਇਸ ਆਦਤ ਤੋਂ ਛੁਟਕਾਰਾ ਨਹੀਂ ਪਾ ਰਹੀ ਹੁੰਦੀ। ਉਸਦੇ ਪੇਪਰ ਖਤਮ ਹੋ ਜਾਂਦੇ ਹਨ ਅਤੇ ਪੇਪਰ ਖਤਮ ਹੋਣ ਮਗਰੋਂ ਉਹ ਆਪਣੀ ਭੂਆ ਦੇ ਘਰ ਰਹਿਣ ਚਲੀ ਜਾਂਦੀ ਹੈ। ਹੁਣ ਉਸਨੂੰ ਭੂਆ ਦੇ ਘਰ ਈਅਰਫੋਨ 'ਤੇ ਗਾਣੇ ਸੁਣਨ ਤੋਂ ਟੋਕਣ ਵਾਲਾ ਕੋਈ ਨਹੀਂ ਹੁੰਦਾ, ਇਸ ਲਈ ਉਹ ਬਿਨਾਂ ਰੋਕ ਟੋਕ ਦੇ ਹਰ ਵੇਲੇ ਈਅਰਫੋਨ ਸੁਣਦੀ ਰਹਿੰਦੀ ਹੈ। ਹੁਣ ਸਾਲਾਨਾ ਇਮਤਿਹਾਨ ਦੇ ਨਤੀਜਾ ਨੇੜੇ ਆਉਂਦਾ ਹੈ ਅਤੇ ਉਸਦੇ ਮੰਮੀ ਪਾਪਾ ਉਸਨੂੰ ਭੂਆ ਦੇ ਘਰੋਂ ਲੈਣ ਵਾਸਤੇ ਆ ਜਾਂਦੇ ਹਨ। ਜਦੋਂ ਉਹ ਨਤੀਜਾ ਵੇਖਦੀ ਹੈ ਤਾਂ ਨਤੀਜਾ ਵੇਖ ਕੇ ਬਹੁਤ ਖੁਸ਼ ਹੁੰਦੀ ਹੈ ਕਿ ਉਹ ਜਮਾਤ ਵਿੱਚ ਫਸਟ ਆਈ ਹੈ ਅਤੇ ਫਿਰ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਹੈ ਕਿ ਤੁਸੀਂ ਹਰ ਵੇਲੇ ਮੈਨੂੰ ਟੋਕਦੇ ਸੀ ਕਿ ਈਅਰਫੋਨ 'ਤੇ ਨਾ ਸੁਣੋ, ਪਰ ਉਸ ਦੀ ਵਰਤੋਂ ਨਾਲ ਮੇਰੀ ਪੜ੍ਹਾਈ ਕੋਈ ਖਰਾਬ ਨਹੀਂ ਹੋਈ। ਉਸਦੇ ਮੰਮੀ ਪਾਪਾ ਇਸ ਲਈ ਉਸਨੂੰ ਅੱਵਲ ਨੰਬਰ 'ਤੇ ਆਉਣ ਦੇ ਲਈ ਉਸਨੂੰ ਸ਼ਾਬਾਸ਼ੀ ਵੀ ਦਿੰਦੇ ਹਨ। ਹੁਣ ਆਪਣੇ ਪਿਤਾ ਨੂੰ ਉਹ
ਯਾਦ ਦਿਲਾਉਂਦੀ ਹੈ ਕਿ ਤੁਸੀਂ ਮੈਨੂੰ ਦੱਸਿਆ ਸੀ ਕਿ ਜੇਕਰ ਮੈਂ ਫਸਟ ਆਈ ਤਾਂ ਮੂੰਹ ਮੰਗਿਆ ਗਿਫਟ ਤੁਸੀਂ ਮੈਨੂੰ ਦੇਵੋਗੇ। ਉਸਦੇ ਪਿਤਾ ਉਸ ਨੂੰ ਕਹਿੰਦੇ ਹਨ ਕਿ ਤੁਹਾਨੂੰ ਗਿਫਟ ਜ਼ਰੂਰ ਮਿਲੇਗਾ, ਦੱਸੋ ਤੁਹਾਨੂੰ ਗਿਫਟ ਵਿੱਚ ਕੀ ਚਾਹੀਦਾ ਹੈ। ਹੁਣ ਮੀਨਾਕਸ਼ੀ ਗਿਫਟ ਵਿੱਚ ਨਵਾਂ ਮੋਬਾਈਲ ਮੰਗਦੀ ਹੈ ਅਤੇ ਆਪਣੇ ਵਾਅਦੇ ਅਨੁਸਾਰ ਆਪਣੇ ਪਿਤਾ ਕੋਲੋਂ ਉਹ ਮੋਬਾਈਲ ਗਿਫਟ ਵਿੱਚ ਲੈ ਲੈਂਦੀ ਹੈ। ਘਰ ਪਹੁੰਚ ਕੇ ਮੀਨਾਕਸ਼ੀ ਆਪਣੀ ਮੰਮੀ ਨੂੰ ਜਨਮ ਦਿਨ 'ਤੇ ਆਪਣੀ ਸਾਰੀ ਸਹੇਲੀਆਂ ਨੂੰ ਘਰ ਬੁਲਾਉਣ ਲਈ ਕਹਿੰਦੀ ਹੈ। 20 ਕੁ ਦਿਨਾਂ ਬਾਅਦ ਉਸ ਦਾ ਜਨਮ ਦਿਨ ਆਉਣ ਵਾਲਾ ਹੈ। ਉਹ ਚਾਹੁੰਦੀ ਹੈ ਕਿ ਉਸ ਦੀ ਜਨਮ ਦਿਨ ਦੀ ਪਾਰਟੀ ਹੋਵੇ ਜਿਸ 'ਤੇ ਉਸ ਦੀ ਸਾਰੀ ਸਹੇਲੀਆਂ ਘਰ ਆਉਣ। ਇਸ ਲਈ ਜਨਮ ਦਿਨ ਦੀ ਪਾਰਟੀ ਦੀ ਤਿਆਰੀਆਂ ਕਰਨ ਲਈ ਉਹ ਆਪਣੀ ਮਾਤਾ ਪਿਤਾ ਦੇ ਨਾਲ ਬਾਜ਼ਾਰ ਜਾਂਦੀ ਹੈ। ਆਦਤ ਅਨੁਸਾਰ ਬਾਜ਼ਾਰ ਵਿੱਚ ਵੀ ਉਹ ਈਅਰਫੋਨ ਨਾਲ ਲੈ ਜਾਂਦੀ ਹੈ। ਕਾਰ ਪਾਰਕਿੰਗ ਵਿੱਚ ਲਗਾ ਕੇ ਜਦੋਂ ਉਹ ਸਾਰੇ ਬਾਜ਼ਾਰ ਵੱਲ ਜਾਣ ਲੱਗਦੇ ਹਨ ਤਾਂ ਮੀਨਾਕਸ਼ੀ ਸੁਭਾਵਿਕ ਹੀ ਆਦਤ ਅਨੁਸਾਰ ਈਅਰਫੋਨ ਆਪਣੇ ਕੰਨਾਂ ਵਿੱਚ ਲਗਾ ਲੈਂਦੀ ਹੈ। ਉਸਦੇ ਮੰਮੀ ਪਾਪਾ ਉਸ ਨੂੰ ਮਨਾ ਕਰਦੇ ਹਨ, ਪਰ ਮੀਨਾਕਸ਼ੀ ਫਿਰ ਵੀ ਆਪਣੀ ਆਦਤ ਅਨੁਸਾਰ ਈਅਰਫੋਨ ਲਗਾਈ ਰੱਖਦੇ ਹਨ, ਕਿਉਂਕਿ ਉਹ ਸੜਕ ਹੁੰਦੀ ਹੈ ਅਤੇ ਸੜਕ ਬਾਜ਼ਾਰ ਹੁੰਦਾ ਹੈ ਅਤੇ ਮੀਨਾਕਸ਼ੀ ਦੇ ਮੰਮੀ ਪਾਪਾ ਸੜਕ ਪਾਰ ਕਰ ਰਹੇ ਹੁੰਦੇ ਹਨ। ਮੀਨਾਕਸ਼ੀ ਵੀ ਉਹਨਾਂ ਦੇ ਨਾਲ ਹੁੰਦੀ ਹੈ। ਉਸਦੇ ਮੰਮੀ ਪਾਪਾ ਤਾਂ ਸੜਕ ਪਾਰ ਕਰ ਲੈਂਦੇ ਹਨ, ਪਰ ਉਹ ਪਿੱਛੇ ਰਹਿ ਜਾਂਦੀ ਹੈ ਕਿਉਂਕਿ ਉਸਨੇ ਈਅਰਫੋਨ ਲਗਾਏ ਹੁੰਦੇ ਹਨ ਅਤੇ ਉਹ ਗਾਣੇ ਸੁਣ ਰਹੀ ਹੁੰਦੀ ਹੈ। ਹੁਣ ਉਹ ਇਕੱਲੀ ਸੜਕ ਪਾਰ ਕਰ ਰਹੀ ਹੁੰਦੀ ਹੈ ਅਤੇ ਸੜਕ ਵੱਲ ਧਿਆਨ ਨਾ ਦੇ ਕੇ ਉਸ ਦਾ ਧਿਆਨ ਗਾਣਿਆਂ ਵਿੱਚ ਹੁੰਦਾ ਹੈ ਅਤੇ ਉਹ ਮਸਤੀ ਵਿੱਚ ਸੜਕ ਪਾਰ ਕਰ ਰਹੀ ਹੁੰਦੀ ਹੈ ਕਿ ਅਚਾਨਕ ਉਸ ਦੀ ਟੱਕਰ ਇੱਕ ਮੋਟਰਸਾਈਕਲ ਦੇ ਨਾਲ ਹੋ ਜਾਂਦੀ ਹੈ। ਮੋਟਰਸਾਈਕਲ ਦੇ ਨਾਲ ਟੱਕਰ ਹੋਣ ਦੇ ਨਾਲ ਉਹ ਜ਼ਮੀਨ 'ਤੇ ਮੁੱਦੇ ਮੂੰਹ ਡਿੱਗ ਪੈਂਦੀ ਹੈ ਅਤੇ ਉੱਚੀ ਉੱਚੀ ਚੀਕਾਂ ਮਾਰਨ ਲੱਗ ਪੈਂਦੀ ਹੈ। ਉਸ ਦੀ ਸੱਜੀ ਲੱਤ ਲਹੂ ਲੁਹਾਨ ਹੋ ਜਾਂਦੀ ਹੈ ਅਤੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਸੱਟਾਂ ਲੱਗਦੀਆਂ ਹਨ। ਇਹ ਹਾਦਸਾ ਵੇਖ ਕੇ ਬਾਜ਼ਾਰ ਵਿੱਚ ਕਾਫੀ ਭੀੜ ਇਕੱਠੀ ਹੋ ਜਾਂਦੀ ਹੈ। ਇੰਨੇ ਨੂੰ ਮੀਨਾਕਸ਼ੀ ਦੇ ਮੰਮੀ ਪਾਪਾ ਵੀ ਉੱਥੇ ਆ ਜਾਂਦੇ ਹਨ ਅਤੇ ਉਸ ਨੂੰ ਕਿਸੇ ਤਰ੍ਹਾਂ ਉਹ ਹਸਪਤਾਲ ਲੈ ਜਾਂਦੇ ਹਨ। ਹਸਪਤਾਲ ਵਿੱਚ ਡਾਕਟਰ ਦੇਖਦੇ ਹਨ ਅਤੇ ਪਤਾ ਲੱਗਦਾ ਹੈ ਕਿ ਮੀਨਾਕਸ਼ੀ ਦੀ ਲੱਤ ਦੀ ਹੱਡੀ ਟੁੱਟ ਗਈ ਹੈ। ਹੁਣ ਮੀਨਾਕਸ਼ੀ ਦੇ ਮੰਮੀ ਪਾਪਾ ਨੂੰ ਈਅਰਫੋਨ ਦੇ ਕਾਰਨ ਹੋਏ ਉਸਦੇ ਇਸ ਐਕਸੀਡੈਂਟ ਦਾ ਪਤਾ ਲੱਗਦਾ ਹੈ। ਜਦੋਂ ਪਲਸਤਰ ਲਗਵਾ ਕੇ ਮੀਨਾਕਸ਼ੀ ਹਸਪਤਾਲ ਤੋਂ ਘਰ ਆਉਂਦੀ ਹੈ ਤਾਂ ਹਾਦਸੇ ਦੀ ਖਬਰ ਸੁਣ ਕੇ ਉਸਦੇ ਰਿਸ਼ਤੇਦਾਰ ਅਤੇ ਆਂਢੀ ਗੁਆਂਢੀ ਸਭ ਉਸਦਾ ਪਤਾ ਲੈਣ ਆਉਂਦੇ ਹਨ। ਮੀਨਾਕਸ਼ੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ, ਇਸ ਲਈ ਉਹ ਬੇਝਿਜਕ ਹਰ ਕਿਸੇ ਨੂੰ ਦੱਸਦੀ ਹੈ ਕਿ ਈਅਰਫੋਨ ਲਗਾ ਕੇ ਗਾਣੇ ਸੁਣਦਿਆਂ ਹੋਇਆਂ ਉਸ ਦਾ ਸੜਕ 'ਤੇ ਐਕਸੀਡੈਂਟ ਹੋ ਗਿਆ ਅਤੇ ਆਪਣੀ ਗਲਤੀ ਨੂੰ ਉਹ ਮੰਨਦੀ ਹੈ। ਹੁਣ ਮੀਨਾਕਸ਼ੀ ਪਛਤਾ ਰਹੀ ਹੁੰਦੀ ਹੈ ਕਿ ਮੰਮੀ ਪਾਪਾ ਦੀ ਵੇਲੇ ਸਿਰ ਗੱਲ ਨਾ ਮੰਨ ਕੇ ਅਤੇ ਈਅਰਫੋਨ ਦੀ ਜ਼ਿਆਦਾ ਵਰਤੋਂ ਕਰਕੇ ਉਸਦੀ ਇਹ ਹਾਲਤ ਹੋਈ। ਜੇ ਉਹ ਪਹਿਲਾਂ ਹੀ ਮੰਮੀ ਦੀ ਗੱਲ ਮੰਨ ਲੈਂਦੀ ਅਤੇ ਈਅਰਫੋਨ ਨੂੰ ਜ਼ਿਆਦਾ ਨਾ ਵਰਤਦੀ ਤਾਂ ਉਸਦਾ ਇੰਨਾ ਬੁਰਾ ਹਾਦਸਾ ਨਾ ਹੁੰਦਾ, ਇੰਨਾ ਬੁਰਾ ਐਕਸੀਡੈਂਟ ਨਾ ਹੁੰਦਾ। ਸੋ ਬੱਚੋ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਵੀ ਚੀਜ਼ ਦੀ ਸਾਨੂੰ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਈਅਰਫੋਨ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਸਾਡੇ ਲਈ ਨੁਕਸਾਨਦਾਇਕ ਹੈ। ਸਾਨੂੰ ਆਪਣੇ ਵੱਡਿਆਂ ਦਾ ਕਹਿਣਾ ਵੀ ਵੇਲੇ ਸਿਰ ਮੰਨਣਾ ਚਾਹੀਦਾ ਹੈ।